गुड मॉर्निंग स्टूडेंट्स। सबजैक्ट पंजाबी, पंजाबी व्याकरण। भाषा जां बोली की है बेटा? भाषा जां बोली की हुंदी है? एक छोटा बच्चा रो के जां हस के अपने दिल की गल दसदा है कि उसनूं भुख लगी है जां प्यास लगी है जां कोई होर कष्ट है। ये भाषा जां बोली नहीं हुंदी। गूंगा व्यक्ति की अपने इशारिਆਂ ਜਾਂ अस्पष्ट ਧੁਨੀਆਂ ਨਾਲ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟ ਕਰਦਾ ਹੈ। ਰੇਲ ਗੱਡੀ ਦਾ ਗਾਰਡ ਹਰੀ ਝੰਡੀ ਵਿਖਾ ਕੇ ਗੱਡੀ ਨੂੰ ਚੱਲਣ ਦਾ ਆਦੇਸ਼ ਦਿੰਦਾ ਹੈ। ਬੱਸ ਦਾ ਕੰਡਕਟਰ ਵੱਖ-ਵੱਖ ਤਰੀਕਿਆਂ ਨਾਲ ਜਾਂ ਢੰਗਾਂ ਨਾਲ ਸੀਟੀ ਵਜਾ ਕੇ ਬੱਸ ਨੂੰ ਰੁਕਣ ਜਾਂ ਚੱਲਣ ਦਾ ਨਿਰਦੇਸ਼ ਦਿੰਦਾ ਹੈ। ਜਿਹੜੇ ਮੈਂ ਤੁਹਾਨੂੰ ਹੁਣ ਸੰਕੇਤ ਦੱਸੇ ਹੈ ਅਤੇ ਅਸਪਸ਼ਟ ਧੁਨੀਆਂ ਨੂੰ ਭਾਸ਼ਾ ਜਾਂ ਬੋਲੀ ਨਹੀਂ ਕਿਹਾ ਜਾ ਸਕਦਾ, क्योंकि इसकी ये सिर्फ संकेत हैं ਜਾਂ अस्पष्ट ਧੁਨੀਆਂ ਹਨ। ਇਸ ਨੂੰ ਭਾਸ਼ਾ ਜਾਂ ਬੋਲੀ ਨਹੀਂ ਕਿਹਾ ਜਾ ਸਕਦਾ। ਭਾਸ਼ਾ ਜਾਂ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ? ਕੇਵਲ ਸ਼ਬਦਾਂ ਰਾਹੀਂ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਹੀ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਕੇਵਲ ਸ਼ਬਦਾਂ ਰਾਹੀਂ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਹੀ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਸ਼ਬਦਾਂ ਰਾਹੀਂ ਮਨੁੱਖ ਆਪਣੇ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰ ਸਕਦਾ ਹੈ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝ ਸਕਦਾ ਹੈ। ਭਾਸ਼ਾ ਜਾਂ ਬੋਲੀ ਕਿਸ ਨੂੰ ਕਹਿੰਦੇ ਹਨ? ਸ਼ਬਦਾਂ ਰਾਹੀਂ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਹੀ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਸ਼ਬਦਾਂ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਅਤੇ ਵਿਚਾਰ ਦੂਜਿਆਂ ਸਾਹਮਣੇ ਪ੍ਰਗਟ ਕਰ ਸਕਦਾ ਹੈ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝ ਸਕਦਾ ਹੈ। ਸਮਝ ਲੱਗ ਗਿਆ ਬੇਟਾ ਭਾਸ਼ਾ ਜਾਂ ਬੋਲੀ ਕੀ ਹੁੰਦਾ ਹੈ? ਭਾਸ਼ਾ ਜਾਂ ਬੋਲੀ ਦੀ ਡੈਫੀਨੇਸ਼ਨ। ਅੱਗੇ ਕੀ ਹੈ ਬੇਟਾ? ਸਮਾਜੀ ਵਿਕਾਸ ਦਾ ਸਿਧਾਂਤ ਇਹ ਦੱਸਦਾ ਹੈ ਕਿ ਇਸ਼ਾਰਿਆਂ ਨਾਲ ਭਾਵਾਂ ਨੂੰ ਸਮਝਾਉਂਦਾ ਅਤੇ ਸਮਝਦਾ ਆਦਿ ਮਾਨਵ ਹੌਲੀ ਹੌਲੀ ਮੂੰਹ ਰਾਹੀਂ ਕੱਢੀਆਂ ਕਈ ਵੱਖ-ਵੱਖ ਧੁਨੀਆਂ ਨੂੰ ਭਾਵ ਸੰਚਾਰ ਲਈ ਵਰਤਦਾ ਭਾਸ਼ਾ ਅਤੇ ਭਾਸ਼ਾ ਦੀ ਲਿਪੀ ਸਿਰਜਣ ਦੀ ਪ੍ਰਕਿਰਿਆ ਵੱਲ ਵੱਧਦਾ ਗਿਆ। ਭਾਸ਼ਾ ਦੀ ਇਸ ਵਿਕਾਸ ਸਮਰੱਥਾ ਦੇ ਕਾਰਨ ਅੱਜ 21ਵੀਂ ਸਦੀ ਹਰ ਖੇਤਰ ਵਿੱਚ ਕਾਮਯਾਬੀ ਦੇ ਸਿਖਰ 'ਤੇ ਪੁੱਜ ਗਈ ਹੈ। ਕੀ ਹੈ ਬੇਟਾ? ਜਿਹੜੀ ਇਹ ਅੱਜ ਕੱਲ੍ਹ ਸਾਇੰਟਿਸਟ ਨੇ ਤਰੱਕੀ ਕੀਤੀ ਹੈ ਉਸੇ ਕਾਰਨ ਹੀ ਆਪਣੀ ਕਾਮਯਾਬੀ ਹੋਈ ਹੈ। ਜੋ ਭਾਸ਼ਾ ਦਾ ਅੱਜ ਸਿਖਰ ਹੈ ਉਸੇ ਕਾਰਨ ਹੀ ਹੈ। ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ। ਕੀ ਲਿਖਾਂਗੇ ਬੇਟਾ ਇਸ ਦੀ ਡੈਫੀਨੇਸ਼ਨ? ਇਹ ਭਾਸ਼ਾ ਜਾਂ ਬੋਲੀ ਦੀ ਡੈਫੀਨੇਸ਼ਨ ਦਾ ਆਨਸਰ ਆਏਗਾ। ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰ ਸਕਦੇ ਹਾਂ ਅਤੇ ਦੂਜੇ ਦੇ ਵਿਚਾਰਾਂ ਨੂੰ ਸੁਣ ਅਤੇ ਸਮਝ ਸਕਦੇ ਹਾਂ। ਕੀ ਹੈ ਬੇਟਾ? ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰ ਸਕਦੇ ਹਾਂ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸੁਣ ਅਤੇ ਸਮਝ ਸਕਦੇ ਹਾਂ। ਅੱਗੇ ਕੀ ਹੈ ਬੇਟਾ? ਭਾਸ਼ਾ ਜਾਂ ਬੋਲੀ ਦੀਆਂ ਕਿਸਮਾਂ। ਭਾਸ਼ਾ ਜਾਂ ਬੋਲੀ ਦੀਆਂ ਕਿਸਮਾਂ। ਭਾਸ਼ਾ ਜਾਂ ਬੋਲੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਬੋਲਚਾਲ ਦੀ ਬੋਲੀ ਜਿਸ ਨੂੰ ਮੌਖਿਕ ਭਾਸ਼ਾ ਵੀ ਕਹਿੰਦੇ ਹਨ। ਸੈਕਿੰਡ ਕੀ ਹੈ? ਸਾਹਿਤਿਕ ਬੋਲੀ ਜਿਸ ਨੂੰ ਲਿਖਿਤ ਭਾਸ਼ਾ ਕਹਿੰਦੇ ਹਨ। ਬੋਲਚਾਲ ਦੀ ਬੋਲੀ ਕੀ ਹੁੰਦੀ ਹੈ? ਆਮ ਲੋਕਾਂ ਦੀ ਸਧਾਰਨ ਬੋਲੀ ਹੁੰਦੀ ਹੈ। ਇਸ ਵਿੱਚ ਉਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੀ ਬੋਲੀ ਦਾ ਬਹੁਤ ਅਸਰ ਹੁੰਦਾ ਹੈ ਜਿਸ ਇਲਾਕੇ ਵਿੱਚ ਇਹ ਬੋਲੀ ਜਾਂਦੀ ਹੈ। ਕੀ ਇਹ ਬੋਲਚਾਲ ਦੀ ਭਾਸ਼ਾ ਦੀ ਸ਼ੁੱਧਤਾ ਨਹੀਂ ਹੁੰਦੀ, ਵਿਆਕਰਨ ਦੀ ਨਿਯਮਾਂ ਦੀ ਕਮੀ ਹੁੰਦੀ ਹੈ। ਬੋਲਚਾਲ ਕੀ ਹੈ? ਆਪਾਂ ਇੱਕ ਦੂਜੇ ਨੂੰ ਬੋਲ ਕੇ ਜਦੋਂ ਆਪਣੇ ਵਿਚਾਰ ਦੱਸਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ? ਬੋਲਚਾਲ ਦੀ ਬੋਲੀ ਜਾਂ ਮੌਖਿਕ ਭਾਸ਼ਾ। ਸਾਹਿਤਿਕ ਭਾਸ਼ਾ ਜਾਂ ਲਿਖਤੀ ਭਾਸ਼ਾ ਕੀ ਹੁੰਦਾ? ਜਦੋਂ ਆਪਾਂ ਕਿਸੇ ਨੂੰ ਲਿਖ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਾਂ। ਇਹ ਇੱਕ ਪੂਰੇ ਪ੍ਰਦੇਸ਼ ਦੀ ਬੋਲੀ ਹੁੰਦੀ ਹੈ। ਇਹ ਬੋਲੀ ਵਿਦਵਾਨਾਂ, ਲੇਖਕਾਂ, ਸਰਕਾਰੀ ਦਫ਼ਤਰਾਂ, ਅਖਬਾਰਾਂ, ਰਸਾਲਿਆਂ ਦੀ ਹੁੰਦੀ ਹੈ। ਇਹੋ ਬੋਲੀ ਸਿੱਖਿਆ ਦਾ ਮਾਧਿਅਮ ਵੀ ਹੁੰਦੀ ਹੈ। ਇਸ ਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ। ਸਾਹਿਤਿਕ ਬੋਲੀ ਕਿਹਾ ਜਾਂਦਾ ਹੈ, ਲਿਖਿਤ ਭਾਸ਼ਾ ਕਿਹਾ ਜਾਂਦਾ ਹੈ ਔਰ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸ਼ੁੱਧਤਾ ਅਤੇ ਵਿਆਕਰਨ ਦੇ ਨਿਯਮਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਇਸ ਵਿੱਚ ਸ਼ੁੱਧਤਾ ਅਤੇ ਵਿਆਕਰਨ ਦੇ ਨਿਯਮਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਅੱਗੇ ਕੀ ਹੈ ਬੇਟਾ? ਉਪ ਬੋਲੀ। ਅੱਗੇ ਕੀ ਹੈ? ਉਪ ਬੋਲੀ। ਕਿਸੇ ਇਲਾਕੇ ਦੀ ਰੰਗਤ ਵਾਲੀ ਭਾਸ਼ਾ ਨੂੰ ਉਪ ਭਾਸ਼ਾ ਕਿਹਾ ਜਾਂਦਾ ਹੈ। ਕੀ ਹੈ? ਕਿਸੇ ਜੋ ਖਾਸ ਇਲਾਕੇ ਦੀ ਰੰਗਤ ਵਾਲੀ ਭਾਸ਼ਾ ਨੂੰ ਉਪ ਭਾਸ਼ਾ ਕਿਹਾ ਜਾਂਦਾ ਹੈ। ਕੋਈ ਭਾਸ਼ਾ ਸਾਰੇ ਭੂਗੋਲਿਕ ਇਲਾਕਿਆਂ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਇਸ ਸੰਬੰਧੀ ਇਹ ਧਾਰਨਾ ਪ੍ਰਸਿੱਧ ਹੈ ਕਿ 12 ਕੋਹਾਂ ਤੋਂ ਬਦਲ ਜਾਂਦੀ ਹੈ। ਵੀ ਕੋਈ ਵੀ ਇਲਾਕਾ ਹੈ ਉਹਦੀ ਸਾਰੇ ਇਲਾਕਿਆਂ ਵਿੱਚ ਜਿਵੇਂ ਕੋਈ ਵੀ ਭਾਸ਼ਾ ਹੈਗੀ ਉਹ ਸਾਰੇ ਇਲਾਕਿਆਂ ਵਿੱਚ ਇੱਕੋ ਜਿਹੀ ਨਹੀਂ ਹੁੰਦੀ, ਸਾਰੇ ਇਲਾਕਿਆਂ ਵਿੱਚ ਅਲੱਗ-ਅਲੱਗ ਹੁੰਦੀ ਹੈ। ਇਸ ਲਈ ਇੱਕ ਕਹਾਵਤ ਵੀ ਪ੍ਰਚਲਿਤ ਹੈ ਕਿਵੇਂ 12 ਕੋਹਾਂ ਤੋਂ ਭਾਸ਼ਾ ਬਦਲ ਜਾਂਦੀ ਹੈ। ਇਸ ਕਾਰਨ ਇੱਕ ਪ੍ਰਦੇਸ਼ ਵਿੱਚ ਕਈ ਉਪ ਬੋਲੀਆਂ ਹੁੰਦੀਆਂ ਹਨ। ਜਿਵੇਂ ਕਿ ਭਾਰਤ ਹੈ, ਭਾਰਤ ਵਿੱਚ ਹੀ ਬਹੁਤ ਸਾਰੀਆਂ ਉਪ ਬੋਲੀਆਂ ਹੁੰਦੀਆਂ ਹਨ। ਇਸ ਕਾਰਨ ਇੱਕ ਹੀ ਪ੍ਰਦੇਸ਼ ਵਿੱਚ ਕਈ ਉਪ ਬੋਲੀਆਂ ਹੁੰਦੀਆਂ ਹਨ। ਜਿਵੇਂ ਕਿ ਪੰਜਾਬ ਦੀਆਂ ਉਪ ਬੋਲੀਆਂ, ਜਿਵੇਂ ਕਿ ਪੰਜਾਬ ਹਰਿਆਣੇ ਦੀਆਂ ਅਲੱਗ-ਅਲੱਗ ਉਪ ਬੋਲੀਆਂ ਹੁੰਦੀਆਂ ਹਨ। ਜਿਵੇਂ ਕਿ ਪੰਜਾਬ ਦੀਆਂ ਉਪ ਬੋਲੀਆਂ ਅਤੇ ਉਹਨਾਂ ਦੇ ਇਲਾਕੇ, ਜਿਵੇਂ ਕਿ ਮਾਝੀ। ਪੰਜਾਬ ਦੇ ਵਿੱਚ ਇੱਕ ਮਾਝੀ ਭਾਸ਼ਾ ਬੋਲੀ ਜਾਂਦੀ ਹੈ। ਉਹ ਕਿੱਥੇ ਬੋਲੀ ਜਾਂਦੀ ਹੈ? ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਬਟਾਲਾ, ਬਿਆਸ ਆਦਿ। ਸੈਕਿੰਡ ਕਿਹੜੀ ਹੈ ਬੇਟਾ? ਦੁਆਬੀ। ਦੁਆਬੀ ਕਿੱਥੇ ਬੋਲੀ ਜਾਂਦੀ ਹੈ? ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਨਕੋਦਰ, ਫਗਵਾੜਾ,
ਫਿਲੌਰ ਆਦਿ। ਅੱਗੇ ਕੀ ਹੈ ਮਲਵਈ। ਮਲਵਈ ਕਿੱਥੇ ਬੋਲੀ ਜਾਂਦੀ ਹੈ? ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਸੰਗਰੂਰ, ਬਰਨਾਲਾ। ਇੱਥੇ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਮਲਵਈ। ਪੁਆਧੀ। ਪੁਆਧੀ ਕਿੱਥੇ ਬੋਲੀ ਜਾਂਦੀ ਹੈ? ਰੋਪੜ, ਪਟਿਆਲੇ ਦਾ ਕੁਝ ਹਿੱਸਾ ਤੇ ਮੋਹਾਲੀ ਆਦਿ। ਡੋਗਰੀ। ਡੋਗਰੀ ਕਿੱਥੇ ਬੋਲੀ ਜਾਂਦੀ ਹੈ? ਕੁੱਲੂ, ਕਾਂਗੜਾ, ਜੰਮੂ ਤੇ ਸਿਆਲਕੋਟ ਦੇ ਪਹਾੜੀ ਇਲਾਕਿਆਂ ਆਦਿ ਵਿੱਚ ਬੋਲੀ ਜਾਂਦੀ ਹੈ। ਇੱਥੋਂ ਦੇ ਲੋਕ ਕਿਰਿਆ ਵਿੱਚ ਦੇ ਵਰਤੋਂ ਵਾਧੋ ਕਰਦੇ ਹਨ। ਜਦੋਂ ਕੁਝ ਵੀ ਬੋਲਦੇ ਹਨ ਤਾਂ ਦੇ ਦੀ ਵਰਤੋਂ ਬਹੁਤ ਕਰਦੇ ਹਨ ਡੋਗਰੀ ਵਾਲੇ। ਜਿਵੇਂ ਗਏ ਨੇ, ਉਹ ਬੋਲਦੇ ਹਨ ਗਏ ਦੇ ਨੇ। ਮੁਲਤਾਨੀ ਅਤੇ ਪੋਠੋਹਾਰੀ। ਭਾਰਤ ਦੀ ਵੰਡ ਵੇਲੇ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਚਲਿਆ ਗਿਆ। ਜਿਹੜਾ ਪੱਛਮੀ ਪੰਜਾਬ ਸੀ ਉਹ ਪਾਕਿਸਤਾਨ ਵਿੱਚ ਚਲਿਆ ਗਿਆ। ਪੱਛਮੀ ਪੰਜਾਬ ਵਿੱਚ ਮੁਲਤਾਨੀ ਅਤੇ ਪੋਠੋਹਾਰੀ ਉਪਬੋਲੀਆਂ ਪ੍ਰਚਲਿਤ ਹਨ। ਮੁਲਤਾਨੀ ਅਤੇ ਪੋਠੋਹਾਰੀ ਕਿੱਥੇ ਪ੍ਰਚਲਿਤ ਨੇ ਬੇਟਾ? ਜੋ ਵੀ ਹਿੱਸਾ ਪੰਜਾਬ ਦਾ ਪਾਕਿਸਤਾਨ ਵਿੱਚ ਚਲਾ ਗਿਆ। ਮੈਂਡਾ, ਤੈਂਡਾ ਆਦਿ ਸ਼ਬਦ ਮੁਲਤਾਨੀ ਉਪਬੋਲੀ ਪਛਾਣ ਦੇ ਪ੍ਰਸਿੱਧ ਬੋਲ ਹਨ। ਮੁਲਤਾਨੀ ਬੋਲੀ ਦੇ ਕਿਹੜੇ ਸ਼ਬਦ ਹੈ? ਮੈਂਡਾ, ਤੈਂਡਾ। ਪੋਠੋਹਾਰੀ ਰਾਵਲਪਿੰਡੀ ਦੇ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇੱਥੋਂ ਦੇ ਲੋਕ ਕਿੱਥੇ ਨੂੰ ਕੁੱਥੇ ਅਤੇ ਸਾਡੇ ਦੀ ਥਾਂ ਅਸਾਂ ਬੋਲਦੇ ਹਨ। ਪੋਠੋਹਾਰੀ ਭਾਸ਼ਾ ਵਿੱਚ ਕੀ ਹੈ ਬੇਟਾ? ਕਿੱਥੇ ਨੂੰ ਕੁੱਥੇ ਬੋਲਿਆ ਜਾਂਦਾ ਹੈ, ਸਾਡੇ ਦੀ ਥਾਂ ਅਸਾਂ ਬੋਲਦੇ ਹਾਂ। ਅੱਗੇ ਕੀ ਹੈ? ਪਟਿਆਲੀ। ਇਹ ਉਪਭਾਸ਼ਾ ਜ਼ਿਲ੍ਹਾ ਪਠਾਨਕੋਟ ਦੇ ਆਲੇ ਦੁਆਲੇ ਦੇ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਦੁਨੇਰਾ, ਸ਼ਾਹਪੁਰੀ ਕੰਡੀ ਅਤੇ ਚੰਬੇ ਦੇ ਕੁਝ ਹਿੱਸੇ ਪੰਜਾਬ ਦੀ ਉਪਭਾਸ਼ਾ ਪਟਿਆਲੀ ਬੋਲੀ ਜਾਂਦੀ ਹੈ। ਅੱਗੇ ਕੀ ਹੈ ਬੇਟਾ? ਭਾਰਤ ਵਿੱਚ ਪ੍ਰਚਲਿਤ ਭਾਸ਼ਾਵਾਂ। ਭਾਰਤ ਵਿੱਚ ਕਿਹੜੀਆਂ ਭਾਸ਼ਾਵਾਂ ਪ੍ਰਚਲਿਤ ਹਨ? ਭਾਰਤੀ ਸੰਵਿਧਾਨ ਵਿੱਚ 18 ਭਾਸ਼ਾਵਾਂ ਦਾ ਵਰਣਨ ਮਿਲਦਾ ਹੈ। ਆਪਣਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚ 18 ਭਾਸ਼ਾਵਾਂ ਦਾ ਵਰਣਨ ਮਿਲਦਾ ਹੈ। ਕਿਹੜੀਆਂ 18 ਭਾਸ਼ਾਵਾਂ? ਉਰਦੂ, ਪੰਜਾਬੀ, ਹਿੰਦੀ, ਨੇਪਾਲੀ, ਕਸ਼ਮੀਰੀ, ਗੁਜਰਾਤੀ, ਸੰਸਕ੍ਰਿਤ, ਅਸਮੀਆ, ਸਿੰਧੀ, ਮਲਿਆਲਮ, ਮਰਾਠੀ, ਤਾਮਿਲ, ਕੰਨੜ, ਬੰਗਾਲੀ, ਕੋਂਕਣੀ, ਉੜੀਆ, ਤੇਲਗੂ, ਮਨੀਪੁਰੀ। ਇਹ ਬੇਟਾ 18 ਭਾਸ਼ਾਵਾਂ ਹੈ ਜਿਹੜੀਆਂ ਕਿ ਭਾਰਤ ਦੇ ਵਿੱਚ ਬੋਲੀਆਂ ਜਾਂਦੀਆਂ ਹਨ। ਅੱਗੇ ਕੀ ਹੈ? ਰਾਸ਼ਟਰੀ ਭਾਸ਼ਾ। ਸਾਡੇ ਦੇਸ਼ ਦੀ ਇੱਕ ਕਹਿੰਦਾ ਰਾਸ਼ਟਰੀ ਭਾਸ਼ਾ ਹੁੰਦੀ ਹੈ। ਹਰੇਕ ਦੇਸ਼ ਦੀ ਇੱਕ ਰਾਸ਼ਟਰੀ ਭਾਸ਼ਾ ਹੁੰਦੀ ਹੈ ਜਿਹੜੇ ਸਾਰੇ ਦੇਸ਼ ਵਾਸੀਆਂ ਨੂੰ ਇੱਕ ਦੂਜੇ ਨੂੰ ਜਾਣਨ ਵਿੱਚ ਸਹਾਇਕ ਹੁੰਦੀ ਹੈ। ਇੱਕ ਅਜਿਹੀ ਭਾਸ਼ਾ ਹੁੰਦੀ ਹੈ ਜਿਸ ਨੂੰ ਸਾਰੇ ਲੋਕ ਜਾਣਦੇ ਹਨ। ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਆਪਣੀ ਇੰਡੀਆ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਬੇਟਾ? ਹਿੰਦੀ। ਇਸ ਤੋਂ ਬਾਅਦ ਅੰਤਰਰਾਸ਼ਟਰੀ ਭਾਸ਼ਾ ਦਾ ਸਥਾਨ ਅੰਗਰੇਜ਼ੀ ਭਾਸ਼ਾ ਨੂੰ ਪ੍ਰਾਪਤ ਹੈ। ਰਾਸ਼ਟਰੀ ਭਾਸ਼ਾ ਆਪਣੀ ਹਿੰਦੀ ਹੈ। ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ। ਇਸ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਸਾਰੇ ਸੰਸਾਰ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਮਤਲਬ ਕਿ ਹਿੰਦੀ ਤਾਂ ਆਪਣੀ ਰਾਸ਼ਟਰੀ ਭਾਸ਼ਾ ਹੈ। ਇੰਟਰਨੈਸ਼ਨਲ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ। ਇਸ ਤੋਂ ਇਲਾਵਾ ਕਿਹੜੀਆਂ? ਰੂਸੀ, ਚੀਨੀ, ਅਰਬੀ, ਸੰਸਕ੍ਰਿਤ, ਫ੍ਰੈਂਚ, ਜਰਮਨ, ਉਰਦੂ ਆਦਿ। ਅੱਗੇ ਕੀ ਹੈ? ਅੰਤਰਰਾਸ਼ਟਰੀ ਭਾਸ਼ਾ। ਇਹ ਰਾਸ਼ਟਰੀ ਭਾਸ਼ਾ ਹੋ ਗਈ। ਅੱਗੇ ਕੀ ਹੈ? ਅੰਤਰਰਾਸ਼ਟਰੀ ਭਾਸ਼ਾ। ਵੱਖ-ਵੱਖ ਪ੍ਰਾਂਤਾਂ ਦੀ ਭਾਸ਼ਾ ਵੀ ਵੱਖ-ਵੱਖ ਹੁੰਦੀ ਹੈ। ਵੱਖ-ਵੱਖ ਪ੍ਰਾਂਤਾਂ ਦੀ ਭਾਸ਼ਾ ਵੀ ਵੱਖ-ਵੱਖ ਹੁੰਦੀ ਹੈ। ਇੱਕ ਪ੍ਰਾਂਤ ਦੀ ਭਾਸ਼ਾ ਦੂਜੇ ਪ੍ਰਾਂਤ ਵਾਲੇ ਆਸਾਨੀ ਨਾਲ ਸਮਝ ਨਹੀਂ ਸਕਦੇ। ਇੱਕ ਪ੍ਰਾਂਤ ਦੀ ਭਾਸ਼ਾ ਦੂਜੇ ਪ੍ਰਾਂਤ ਵਾਲੇ ਆਸਾਨੀ ਨਾਲ ਸਮਝ ਨਹੀਂ ਸਕਦੇ। ਇਸ ਲਈ ਸਾਰੇ ਦੇਸ਼ ਦੀ ਇੱਕ ਸਾਂਝੀ ਭਾਸ਼ਾ ਮੰਨ ਲਈ ਜਾਂਦੀ ਹੈ। ਜੋ ਇੱਕ ਪ੍ਰਾਂਤ ਦੇ ਵਿੱਚ ਭਾਸ਼ਾ ਬੋਲੀ ਜਾਂਦੀ ਹੈ ਉਸ ਨੂੰ ਦੂਜੇ ਪ੍ਰਾਂਤ ਦੇ ਲੋਕ ਆਸਾਨੀ ਨਾਲ ਨਹੀਂ ਸਮਝ ਸਕਦੇ। ਇੰਝ ਹੀ ਵੱਖ-ਵੱਖ ਦੇਸ਼ਾਂ ਦੀ ਭਾਸ਼ਾ ਵੀ ਵੱਖ-ਵੱਖ ਹੈ। ਇੱਕ ਦੇਸ਼ ਦੇ ਲੋਕ ਦੂਸਰੇ ਦੇਸ਼ ਦੇ ਲੋਕਾਂ ਦੀ ਭਾਸ਼ਾ ਆਸਾਨੀ ਨਾਲ ਨਹੀਂ ਸਮਝ ਸਕਦੇ। ਇੱਕ ਦੇਸ਼ ਦੇ ਲੋਕ ਜਿਹੜੇ ਦੂਜੇ ਦੇਸ਼ ਦੀ ਭਾਸ਼ਾ ਆਸਾਨੀ ਨਾਲ ਨਹੀਂ ਸਮਝ ਸਕਦੇ। ਇਸ ਲਈ ਸਾਰੇ ਦੇਸ਼ਾਂ ਨੂੰ ਇੱਕ ਖਾਸ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਦੇ ਤੌਰ 'ਤੇ ਪ੍ਰਵਾਨਗੀ ਮਿਲਦੀ ਹੈ। ਸਾਰੇ ਦੇਸ਼ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਉੱਤੇ ਪ੍ਰਵਾਨ ਕੀਤਾ ਗਿਆ ਹੈ। ਸਾਰੇ ਹੀ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ। ਸੰਸਾਰ ਦੀਆਂ ਕੁਝ ਭਾਸ਼ਾਵਾਂ ਇਹ ਵਾਲੀਆਂ ਹੈ। ਭਾਰਤ ਦੀਆਂ ਭਾਸ਼ਾਵਾਂ ਆਪਣੀਆਂ ਇਹ ਵਾਲੀਆਂ ਹੈ। ਜਿਹੜੀਆਂ ਸੰਸਾਰ 'ਚ ਬੋਲੇ ਜਾਂਦੇ ਫੁੱਲ ਵਰਡ ਦੇ ਵਿੱਚ ਉਹ ਤਾਂ ਆ ਵਾਲੀਆਂ ਸੰਸਕ੍ਰਿਤ, ਜਰਮਨ, ਰੂਸੀ, ਫ੍ਰੈਂਚ, ਅਰਬੀ, ਉਰਦੂ, ਚੀਨੀ, ਅੰਗਰੇਜ਼ੀ। ਜਿਹੜੀਆਂ ਓਨਲੀ ਇੰਡੀਆ ਦੇ ਵਿੱਚ ਬੋਲੀਆਂ ਜਾਂਦੀਆਂ ਭਾਰਤ ਦੀਆਂ ਕੁਝ ਭਾਸ਼ਾਵਾਂ ਪੰਜਾਬੀ, ਮਲਿਆਲਮ, ਕੰਨੜ, ਤੇਲਗੂ, ਗੁਜਰਾਤੀ, ਬਾਂਗਲਾ, ਤਾਮਿਲ, ਹਿੰਦੀ। ਅੱਗੇ ਕੀ ਹੈ ਬੇਟਾ? ਮਾਂ ਬੋਲੀ। ਮਾਂ ਬੋਲੀ ਕੀ ਹੁੰਦਾ ਹੈ? ਬੱਚਾ ਜਿਹੜੀ ਬੋਲੀ ਬਚਪਨ ਵਿੱਚ ਆਪਣੀ ਮਾਂ ਅਤੇ ਪਰਿਵਾਰ ਵਿੱਚੋਂ ਸਿੱਖਦਾ ਹੈ। ਬੱਚਾ ਜਿਹੜੀ ਬੋਲੀ